ओम शांति। ਅੱਜ ਹੈ 11/5/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਕਿਹਾ, ਮਿੱਠੇ ਬੱਚੇ, ਤੁਸੀਂ ਹੀ ਬਹੁਤ ਕਾਲ ਤੋਂ ਵਿਛੜੇ ਹੋਏ ਸਨ। ਤੁਹਾਨੂੰ ਹੀ ਪੂਰੇ 84 ਜਨਮਾਂ ਦਾ ਪਾਠ ਵਜਾਣਾ ਹੈ। ਹੁਣ ਤੁਸੀਂ ਦੁੱਖ ਦੇ ਬੰਧਨ ਤੋਂ ਸੁਖ ਦੇ ਸੰਬੰਧ ਵਿੱਚ ਆਏ ਹੋ ਤਾਂ ਤੁਹਾਨੂੰ ਅਪਾਰ ਖੁਸ਼ੀ ਰਹਿਣੀ ਚਾਹੀਦੀ ਏ। ਪ੍ਰਸ਼ਨ ਹੈਗਾ ਅੱਜ ਦਾ, ਅਪਾਰ ਖੁਸ਼ੀ ਕਿਹੜੇ ਬੱਚਿਆਂ ਨੂੰ ਸਦਾ ਰਹਿ ਸਕਦੀ ਹਨ? ਅੱਜ ਉੱਤਰ ਹੈਗਾ, ਜਿਨ੍ਹਾਂ ਨੂੰ ਨਿਸ਼ਚੈ ਹਨ ਕਿ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਦੇ ਲਈ ਆਏ ਸਨ। ਦੂਜੀ ਗੱਲ ਹੈਗੀ, ਸਾਡਾ ਸੱਚਾ ਬਾਬਾ ਉਹੀਓ ਗੀਤਾ ਦਾ ਸੱਚਾ ਗਿਆਨ ਸੁਣਾਉਣ ਆਏ ਸਨ। ਤੀਜੀ ਗੱਲ ਹੈ, ਅਸੀਂ ਆਤਮਾ ਹੁਣ ਈਸ਼ਵਰ ਦੀ ਗੋਦ ਵਿੱਚ ਬੈਠੇ ਹਾਂ। ਅਸੀਂ ਆਤਮਾ ਇਸ ਸਰੀਰ ਸਹਿਤ ਬਾਪ ਜੀ ਦੇ ਬਣੇ ਹਾਂ। ਚੌਥੀ ਗੱਲ ਹੈਗੀ, ਬਾਬਾ ਸਾਨੂੰ ਭਗਤੀ ਦਾ ਫਲ ਸਦਗਤੀ ਦੇਣ ਲਈ ਆਏ ਸਨ। ਪੰਜਵੀਂ ਗੱਲ ਹੈਗੀ, ਬਾਬਾ ਨੇ ਸਾਨੂੰ ਤਿਰਕਾਲਦਰਸ਼ੀ ਬਣਾਇਆ ਸਨ। ਛਠੀ ਗੱਲ ਹੈਗੀ, ਭਗਵਾਨ ਨੇ ਸਾਨੂੰ ਮਾਂ ਬਣ ਕੇ ਐਡੋਪਟ ਕੀਤਾ ਹਨ। ਅਸੀਂ ਗੋਡਲੀ ਸਟੂਡੈਂਟ ਸਨ। ਜਿਹੜੇ ਇਸ ਸਮ੍ਰਿਤੀ ਵਿੱਚ ਨਿਸ਼ਚੈ ਵਿੱਚ ਰਹਿੰਦੇ ਹਨ, ਉਹਨਾਂ ਨੂੰ ਅਪਾਰ ਖੁਸ਼ੀ ਰਹਿੰਦੀ ਹਨ। ਓਮ ਸ਼ਾਂਤੀ। ਬੱਚਿਆਂ ਨੂੰ ਨਿਸ਼ਚੈ ਹਨ ਕਿ ਅਸੀਂ ਆਤਮਾ ਹਨ। ਬਾਬਾ ਭਗਵਾਨ ਸਾਨੂੰ ਆ ਕੇ ਪੜ੍ਹਾਉਂਦੇ ਸਨ ਤਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਏ। सम्मुख आण तो ही आत्मा समझदी ए साडा बाबा आया होया सन सानू सदगति देण दे लई। सर्व दा सदगति दाता जीवन मुक्ति दाता उहियो सन। बच्चे जाणदे हन माया घड़ी घड़ी भुला दिंदी ए, परंतु ऐ नहीं समझदे हन कि असी बाबा दे सम्मुख बैठे हन। निराकार बाबा इस रथ विच सवार सन। जिवें मुसलमान लोग पटका घोड़े उत्ते रखते सन, आखदे हन इस घोड़े ते मुहम्मद जी दी सवारी सन, निशानी रख दिंदे सन। इत्थे तां निराकार बाबा दी प्रवेशता हुंदी ए। बच्चिआं नूं बहुत खुशी होनी चाहिदी ए। स्वर्ग दा मालिक बनाउण वाला बाबा, सानू विश्व दा मालिक बनाउण वाला बाबा हुण आया होया सन। बाबा हन गीता दा सच्चा भगवान। आत्मा दी बुद्धि बाप जी दी तरफ चली जांदी सन। यह सन आत्मावां दा लव बाप जी दे नाल। यह खुशी किन्हां नूं चढ़दी सन जेड़े बहुत काल तो अलग होए सन। बाबा खुद भी आखदे सन, मैं तुहानू सुख दे संबंध विच भेज दिंदा, फिर दुख दे बंधन विच तुसी आंदे हो। ਹੁਣ ਤੁਸੀਂ ਸਮਝਦੇ ਹੋ ਸਭ ਤਾਂ 84 ਜਨਮ ਨਹੀਂ ਹੋ ਲੈਂਦੇ। 84 ਲੱਖ ਦਾ ਚੱਕਰ ਤਾਂ ਕੋਈ ਦੀ ਵੀ ਬੁੱਧੀ ਵਿੱਚ ਬਹਿ ਨਾ ਸਕੇ। ਬਾਬਾ ਸਮਝਾਉਂਦੇ ਹਨ, ਹੁਣ 84 ਦਾ ਚੱਕਰ ਬਿਲਕੁਲ ਠੀਕ ਦੱਸਿਆ ਹੋਇਆ ਹੈ। ਬਾਬਾ ਨੇ ਬੱਚਿਆਂ ਦੇ ਲਈ 84 ਜਨਮ ਲਿੱਤੇ ਬਾਬਾ ਦੇ ਬੱਚੇ ਬਣ ਕੇ ਤੁਸੀਂ 84 ਜਨਮ ਲੈਂਦੇ ਰਹਿੰਦੇ ਹੋ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾ ਇਨ ਆਰਗਨਸ ਦੁਆਰਾ ਸੁਣਦੀਆਂ ਹਾਂ। ਬਾਬਾ ਇਸ ਮੁਖ ਦੁਆਰਾ ਸਾਨੂੰ ਸੁਣਾ ਰਹੇ ਸਨ। ਖੁਦ ਆਖਦੇ ਹਨ, ਮੈਨੂੰ ਇਨ ਆਰਗਨਸ ਦਾ ਆਧਾਰ ਲੈ ਕੇ ਆਣਾ ਪੈਂਦਾ ਏ। ਇਸ ਦਾ ਨਾਮ ਬ੍ਰਹਮਾ ਰੱਖਣਾ ਪੈਂਦਾ ਏ। ਪ੍ਰਜਾਪਿਤਾ ਬ੍ਰਹਮਾ ਤਾਂ ਮਨੁੱਖ ਚਾਹੀਦਾ ਹੈ ਨਾ। ਸੂਖਸ਼ਮ ਵਤਨ ਵਿੱਚ ਥੋੜੇ ਹੀ ਆਖਾਂਗੇ ਪ੍ਰਜਾਪਿਤਾ ਬ੍ਰਹਮਾ। ਸਥੂਲ ਵਤਨ ਵਿੱਚ ਆ ਕੇ ਆਖਦੇ ਹਨ, ਮੈਂ ਇਸ ਬ੍ਰਹਮਾ ਦੇ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਐਡੋਪਟ ਕਰਦਾ ਹਾਂ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਈਸ਼ਵਰ ਦੀ ਗੋਦ ਵਿੱਚ ਜਾਂਦੀਆਂ ਹਾਂ। ਸਰੀਰ ਬਗੈਰ ਤੇ ਗੋਦ ਹੋ ਵੀ ਨਾ ਸਕੇ। ਆਤਮਾ ਆਖਦੀ ਏ, ਮੈਂ ਸਰੀਰ ਦੁਆਰਾ ਬਾਪ ਦੀ ਬਣਨੀ ਹਾਂ। ਇਹ ਸਰੀਰ ਬਾਪ ਨੇ ਲੋਨ ਲਿੱਤਾ ਹੋਇਆ ਹੈ। ਇਹ ਜੀਵ ਸਰੀਰ ਉਹਨਾਂ ਦਾ ਨਹੀਂ ਸਨ। परमात्मा इस दे अंदर प्रवेश करते सन। तुसी आत्मा भी शरीर विच प्रवेश होए हो। यह बाप ही आके आखदे हन, मैं भी इस विच हाँ।
ਕਦੀ ਬੱਚਾ ਬਣ ਜਾਂਦਾ ਹਾਂ ਤਾਂ ਕਦੇ ਮਾਂ ਬਣ ਜਾਂਦਾ ਹਾਂ। ਜਾਦੂਗਰ ਹਾਂ ਨਾ। ਕਈ ਫਿਰ ਇਸ ਖੇਲ ਪਾਲ ਨੂੰ ਜਾਦੂਗਰੀ ਸਮਝਦੇ ਸਨ। ਦੁਨੀਆ ਵਿੱਚ ਝੂਠੀਆਂ ਰਿੱਧੀਆਂ ਸਿੱਧੀਆਂ ਦਾ ਬਹੁਤ ਕੰਮ ਚੱਲਦਾ ਸਨ। ਕ੍ਰਿਸ਼ਨ ਵੀ ਬਣ ਜਾਂਦੇ ਸਨ। ਜਿਨ੍ਹਾਂ ਦਾ ਭਾਵ ਕ੍ਰਿਸ਼ਨ ਵਿੱਚ ਹੋਵੇਗਾ, ਉਹਨਾਂ ਨੂੰ ਝਟ ਉਸ ਦੇ ਵਿੱਚ ਕ੍ਰਿਸ਼ਨ ਵਿਖਾਈ ਦੇਵੇਗਾ। ਉਹਨਾਂ ਨੂੰ ਮਾਣ ਲੱਗੇਗਾ ਕਿ ਉਹਨਾਂ ਦੇ ਫਾਲੋਅਰਸ ਵੀ ਬਣ ਜਾਵਾਂਗੇ। ਇੱਥੇ ਤਾਂ ਸਾਰੀ ਗਿਆਨ ਦੀ ਗੱਲ ਹੈ। ਪਹਿਲੇ ਇਹ ਪੱਕਾ ਨਿਸ਼ਚੈ ਹੋਣਾ ਚਾਹੀਦਾ ਹੈ ਕਿ ਮੈਂ ਆਤਮਾ ਹਾਂ, ਔਰ ਬਾਬਾ ਨੂੰ ਤਾਂ ਕਹਿੰਦੇ ਹੀ ਹਨ ਕਿ ਮੈਂ ਤੁਹਾਡਾ ਬਾਪ ਹਾਂ। ਤੁਸੀਂ ਬੱਚਿਆਂ ਨੂੰ ਤ੍ਰਿਕਾਲਦਰਸ਼ੀ ਆ ਕੇ ਬਣਾਉਣਾ ਹਾਂ। ਇਹੋ ਜੀ ਨੌਲੇਜ ਬਾਪ ਜੀ ਦੇ ਸਿਵਾਏ ਹੋਰ ਕੋਈ ਵੀ ਦੇ ਨਾ ਸਕਣ। ਭਗਤੀ ਮਾਰਗ ਦਾ ਹੁਣ ਅੰਤ ਹੁੰਦਾ ਏ, ਜਦੋਂ ਬਾਪ ਨੂੰ ਆਣਾ ਪੈਂਦਾ ਏ। ਪਰ ਬਹੁਤਾਂ ਨੂੰ ਸ਼ਿਵ ਦਾ ਲਿੰਗ ਅਖੰਡ ਜੋਤ ਸਵਰੂਪ ਦਾ ਸਾਖਸ਼ਾਤਕਾਰ ਵੀ ਹੁੰਦਾ ਸਨ। ਜਿਵੇਂ ਜਿਸ ਦੀ ਭਾਵਨਾ ਹੁੰਦੀ ਏ, ਬਾਪ ਆ ਕੇ ਉਹ ਪੂਰੀ ਕਰਦੇ ਸਨ। ਪਰੰਤੂ ਮੇਰੇ ਤੋਂ ਕੋਈ ਵੀ ਮਿਲਦਾ ਨਹੀਂ। ਮੇਰੇ ਨੂੰ ਤਾਂ ਕੋਈ ਪਹਿਚਾਣਦੇ ਹੀ ਨਹੀਂ। ਹੁਣ ਤਾਂ ਤੁਸੀਂ ਸਮਝਦੇ ਹੋ, ਬਾਬਾ ਵੀ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ। ਸਾਡੀ ਆਤਮਾ ਵਿੱਚ ਇਹ ਨੌਲੇਜ ਸਨ, ਤੁਹਾਡੀ ਆਤਮਾ ਵਿੱਚ ਵੀ ਨੌਲੇਜ ਸਨ। ਇਹ ਕਿਸ ਨੂੰ ਵੀ ਪਤਾ ਨਹੀਂ ਕਿ ਅਸੀਂ ਆਤਮਾ ਪਰਮਧਾਮ ਦੇ ਵਿੱਚ ਰਹਿਣ ਵਾਲੀਆਂ ਸਨ। ਜਦੋਂ ਤੁਸੀਂ ਬਾਬਾ ਦੇ ਸਾਹਮਣੇ ਆ ਕੇ ਬਹਿੰਦੇ ਹੋ ਤਾਂ ਰੋਮਾਂਚ ਖੜੇ ਹੋ ਜਾਂਦੇ ਸਨ। ਉਹ ਸ਼ਿਵ ਬਾਬਾ ਜਿਹੜਾ ਗਿਆਨ ਦਾ ਸਾਗਰ ਸਨ, ਉਹ ਸਾਨੂੰ ਬਹਿ ਪੜ੍ਹਾਉਂਦੇ ਸਨ। ਬਾਕੀ ਕ੍ਰਿਸ਼ਨ ਅਤੇ ਗੋਪਿਕਾਵਾਂ ਦੀ ਤਾਂ ਕੋਈ ਗੱਲ ਹੀ ਨਹੀਂ ਸਨ। ਨਾ ਇੱਥੇ ਨਾ ਸਤਯੁਗ ਵਿੱਚ ਹੋਣਗੇ। ਉੱਥੇ ਤਾਂ ਹਰ ਇੱਕ ਪ੍ਰਿੰਸ ਆਪਣੇ ਮਹਿਲਾਂ ਵਿੱਚ ਰਹਿੰਦੇ ਸਨ। ਇਹ ਸਾਰੀਆਂ ਗੱਲਾਂ ਵੀ ਬਾਪ ਹੀ ਤੁਹਾਨੂੰ ਆ ਕੇ ਸਮਝਾਉਂਦੇ ਸਨ। ਬਾਪ ਤੋਂ ਹੀ ਵਰਸਾ ਲਵਾਂਗੇ ਤੇ ਖੁਸ਼ੀ ਵੀ ਤੁਹਾਡੇ ਅੰਦਰ ਰਹਿਣੀ ਚਾਹੀਦੀ ਏ। ਇਸ ਸਮਾਂ ਤੁਸੀਂ ਇੱਥੇ ਬੈਠੇ ਹੋ, ਜਾਣਦੇ ਹੋ ਅਸੀਂ ਇੱਥੇ ਆਏ ਹੀ ਹਾਂ। ਮੁਰਝਾਸ ਆਦਿ ਸਾਨੂੰ ਨਹੀਂ ਆਣੀ ਚਾਹੀਦੀ, ਪਰੰਤੂ ਇਹ ਪਰਿਪੱਕ ਅਵਸਥਾ ਅੰਤ ਵਿੱਚ ਹੋਵੇਗੀ। ਗਾਇਆ ਵੀ ਜਾਂਦਾ ਸਨ, ਅਤੀਂਦਰੀਏ ਸੁਖ ਪੁੱਛਣਾ ਹੈ ਤਾਂ ਗੋਪ ਗੋਪੀਆਂ ਤੋਂ ਪੁੱਛੋ। ਇਹ ਸਰ ਅੰਤ ਵਿੱਚ ਹੋਵੇਗਾ। ਇਵੇਂ ਕੋਈ ਕਹਿ ਨਹੀਂ ਸਕਦਾ ਕਿ ਅਸੀਂ 75% ਅਤੀਂਦਰੀਏ ਸੁਖ ਵਿੱਚ ਰਹਿੰਦੇ ਹਾਂ। ਇਸ ਸਮੇਂ ਪਾਪਾਂ ਦਾ ਬੋਝਾ ਸਰ ਤੇ ਬਹੁਤ ਹੈਗਾ। ਗੁਰੂ ਦੀ ਕਿਰਪਾ ਅਤੇ ਗਿਆਨ ਗੰਗਾ ਇਸ਼ਨਾਨ ਨਾਲ ਪਾਪ ਨਹੀਂ ਕੱਟ ਸਕਦੇ। ਬਾਪ ਅੰਤ ਵਿੱਚ ਆ ਕੇ ਹੀ ਨੌਲੇਜ ਦਿੰਦੇ ਸਨ, ਵਿਖਾਉਂਦੇ ਸਨ। ਕੰਨਿਆਵਾਂ ਦੁਆਰਾ ਗਿਆਨ ਬਾਣ ਮਰਵਾਵੇ ਤਾਂ ਮਰ ਗਏ, ਫਿਰ ਮਰਨ ਤੋਂ ਸਮਾਂ ਗੰਗਾ ਜਲ ਪਿਲਾਇਆ। ਤੁਸੀਂ ਇੱਥੇ ਜਦੋਂ ਬੇਹੋਸ਼ ਹੋ ਜਾਂਦੇ ਹੋ ਤਾਂ ਤੁਹਾਨੂੰ ਬਾਪ ਦੀ ਯਾਦ ਦਿਵਾਈ ਜਾਂਦੀ ਏ। ਮਾਮੇਕਮ ਯਾਦ ਕਰੋ। ਬੱਚਿਆਂ ਨੂੰ ਇਹ ਆਦਤ ਪੈ ਜਾਣੀ ਚਾਹੀਦੀ ਏ। ਐਵੇਂ ਨਹੀਂ ਕਿ ਕੋਈ ਯਾਦ ਕਰਾਵੇ। ਸਰੀਰ ਛੱਡਣ ਦੇ ਸਮੇਂ ਆਪੇ ਹੀ ਯਾਦ ਆਵੇਗੀ। ਬਗੈਰ ਕਿਸ ਦੇ ਮਦਦ ਦੇ ਬਾਪ ਨੂੰ ਯਾਦ ਕਰਦੇ ਰਹਿਣਾ ਹੈ। ਉਹ ਲੋਕ ਤਾਂ ਮੰਤਰ ਆਦਿ ਦਿੰਦੇ ਸਨ, ਉਹ ਤਾਂ ਕੋਮਨ ਗੱਲਾਂ ਸਨ। ਉਸ ਸਮੇਂ ਤੇ ਬੜੀ ਮਾਰਾਮਾਰੀ ਆਦਿ ਹੁੰਦੀ ਹਨ। ਤੁਸੀਂ ਭਿੰਨ ਸਥਾਨ ਤੇ ਰਹਿੰਦੇ ਹੋ। ਉਸ ਸਮੇਂ ਐਵੇਂ ਨਹੀਂ ਕਹਾਂਗੇ ਕਿ ਸ਼ਿਵ ਸ਼ਿਵ ਕਹੋ। ਉਸ ਸਮੇਂ ਪੂਰੀ ਯਾਦ ਹੋਣੀ ਚਾਹੀਦੀ ਏ। ਲਵ ਚਾਹੀਦਾ ਹੈ ਤਾਂ ਹੀ ਨੰਬਰ 1 ਪਦ ਪਾ ਸਕਾਂਗੇ। ਤੁਸੀਂ ਬੱਚੇ ਜਾਣਦੇ ਹੋ, ਮੈਂ ਤੁਹਾਡਾ ਬਾਪ ਹਾਂ। ਕਲਪ ਪਹਿਲੇ ਵੀ ਤੁਹਾਨੂੰ ਬੱਚਿਆਂ ਨੂੰ ਗੁਲਗੁਲ ਬਣਾਇਆ ਸੀ। ਸਤਯੁਗ ਵਿੱਚ ਬੱਚੇ ਵੀ ਯੋਗ ਬਲ ਨਾਲ ਹੀ ਪੈਦਾ ਹੁੰਦੇ ਸਨ। ਦੁੱਖ ਦੇਣ ਵਾਲੀ ਉੱਥੇ ਕੋਈ ਚੀਜ਼ ਹੁੰਦੀ ਹੀ ਨਹੀਂ, ਨਾ ਹੀ ਆਖਿਆ ਹੈ ਸਵਰਗ। ਤੁਸੀਂ ਜਾਣਦੇ ਹੋ, ਅਸੀਂ ਬਾਬਾ ਜੀ ਸ਼੍ਰੀਮਤ ਤੇ ਰਾਜ ਸਥਾਪਨ ਕਰ ਰਹੇ ਸਨ। ਫਿਰ ਚਲਦਿਆਂ ਮੈਦਾਨ ਵਿੱਚ ਗਿਰ ਵੀ ਪੈਂਦੇ ਸਨ। ਤੁਸੀਂ ਚਲੇ ਜਾਂਦੇ ਹੋ ਮੈਦਾਨ ਵਿੱਚ ਡਰਿਲ ਆਦਿ ਸਿੱਖਣ ਦੇ ਲਈ। ਸਮਝਦੇ ਸਨ ਮਰਨਾ ਅਤੇ ਮਾਰਨਾ ਹਨ। ਇੱਥੇ ਤਾਂ ਉਹ ਗੱਲਾਂ ਨਹੀਂ। ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ ਕਿ ਸਾਡਾ ਬਾਬਾ ਆਇਆ ਹੋਇਆ ਏ। ਪ੍ਰਾਚੀਨ ਭਾਰਤ ਦਾ ਰਾਜਯੋਗ ਸਿਖਾ ਕੇ ਭਗਵਾਨ ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਸਨ, ਪਰ ਨਾਮ ਬਦਲ ਕੇ ਕ੍ਰਿਸ਼ਨ ਦਾ ਰੱਖ ਦਿੱਤਾ ਏ। ਸੰਨਿਆਸੀ ਲੋਕ ਸਮਝਦੇ ਸਨ ਸਾਡਾ ਹੀ ਪ੍ਰਾਚੀਨ ਯੋਗ ਸਨ।
ਤੁਹਾਨੂੰ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਸਨ। ਬੱਚੇ, ਮੈਨੂੰ ਪਹਿਚਾਣਦੇ ਹੋ, ਮੈਂ ਤੁਹਾਡਾ ਬਾਪ ਹਾਂ। ਮੈਨੂੰ ਹੀ ਪਤਿਤ ਪਾਵਨ ਗਿਆਨ ਦਾ ਸਾਗਰ ਆਖਿਆ ਜਾਂਦਾ ਹੈ। ਕ੍ਰਿਸ਼ਨ ਤਾਂ ਪਤਿਤ ਦੁਨੀਆ ਵਿੱਚ ਆ ਨਾ ਸਕੇ। ਕ੍ਰਿਸ਼ਨ ਨੂੰ ਫਿਰ ਦੁਆਪਰ ਵਿੱਚ ਲੈ ਗਏ ਸਨ। ਕਿੰਨੀ ਗਲਤ ਫਹਿਮੀਆਂ ਸਨ। ਬਿਲਕੁਲ ਤਮੋ ਪ੍ਰਧਾਨ ਬਣ ਗਏ ਸਨ। ਮੈਂ ਆਂਦਾ ਹੀ ਤਬ ਹਾਂ ਜਦੋਂ ਸਭ ਨੂੰ ਮੁਕਤੀ ਧਾਮ ਦੇ ਵਿੱਚ ਲੈ ਜਾਣਾ ਹੁੰਦਾ ਏ। ਤੁਸੀਂ ਜਾਣਦੇ ਹੋ ਅਸੀਂ ਪੜ੍ਹ ਰਹੇ ਸਨ। ਅਸੀਂ ਗੋਡਲੀ ਸਟੂਡੈਂਟ ਹਾਂ। ਇਹ ਸਿਮਰਨ ਕਰਦੇ ਰਹੋ ਤਾਂ ਤੁਹਾਡੇ ਰੋਮਾਂਚ ਖੜੇ ਹੋ ਜਾਣਗੇ। ਬਾਬਾ, ਤੁਸੀਂ ਬੱਚਿਆਂ ਨੂੰ ਗਿਆਨ ਦਾ ਗਰਭ ਧਾਰਨ ਕਰਾ ਰਹੇ ਸਨ। ਫਿਰ ਤੁਸੀਂ ਕਿਉਂ ਭੁੱਲ ਜਾਂਦੇ ਹੋ? ਬੱਚਾ ਪੈਦਾ ਹੋਇਆ ਔਰ ਬਾਬਾ ਆਖਣ ਲੱਗ ਪੈਂਦਾ ਏ, ਸਮਝ ਜਾਂਦਾ ਏ ਕਿ ਅਸੀਂ ਵਾਰਿਸ ਹਨ, ਤਾਂ ਨਿਰੰਤਰ ਦਾਦੇ ਨੂੰ ਯਾਦ ਕਰਦੇ ਰਹੋ। ਬਾਪ ਮਤ ਦਿੰਦੇ ਸਨ, ਬੱਚੇ ਕੰਮ ਮਹਾ ਸ਼ਤਰੂ ਹੈ। ਇਸ ਨੇ ਤੁਹਾਨੂੰ ਆਦਿ ਮੱਧ ਅੰਤ ਬਹੁਤ ਦੁੱਖ ਦਿੱਤਾ ਏ। ਇਹ ਹਨ ਮ੍ਰਿਤਿੂ ਲੋਕ ਵੈਸ਼ਿਆਲਯ, ਰਾਮ ਸ਼ਿਵਾਲਯ ਬਣਾਉਂਦੇ ਹਨ, ਜਿਸ ਵਿੱਚ ਦੇਵੀ ਦੇਵਤਾ ਧਰਮ ਦਾ ਰਾਜ ਹੁੰਦਾ ਸਨ। ਪਰੰਤੂ ਉਹਨਾਂ ਨੂੰ ਕਿਵੇਂ ਰਾਜ ਮਿਲਿਆ, ਕਦੋਂ ਮਿਲਿਆ, ਇਹ ਤੁਸੀਂ ਹੁਣ ਜਾਣ ਗਏ ਹੋ। ਉਹ ਸਮਝਦੇ ਸਨ ਗੋਡਿਸ ਕਦੇ ਪੁਨਰ ਜਨਮ ਨਹੀਂ ਲੈਂਦੇ। ਕਿਸ ਇੱਕ ਵੱਡੇ ਨੂੰ ਸਮਝ ਵਿੱਚ ਆ ਜਾਵੇ ਤੇ ਚਾਰੋਂ ਪਾਸੇ ਆਵਾਜ਼ ਫੈਲ ਜਾਵੇ, ਗਰੀਬਾਂ ਦੀ ਤਾਂ ਕੋਈ ਗੱਲ ਸੁਣਦੇ ਹੀ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਧਾਰਨਾ ਵਾਲੇ ਸਨ। ਸਕੂਲ ਇੱਕ ਹੀ ਹਨ, ਟੀਚਰ ਵੀ ਇੱਕ ਹੀ ਸਨ, ਬਾਕੀ ਪੜ੍ਹਨ ਵਾਲੇ ਸਭ ਨੰਬਰਵਾਰ ਸਨ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹਨ। ਮਾਇਆ ਦੇ ਵਾਰ ਤੋਂ ਬਚਣ ਦੇ ਲਈ ਜਿਨ ਬਣ ਅਲਫ ਅਤੇ ਬੇ ਨੂੰ ਯਾਦ ਕਰਦੇ ਰਹਿਣਾ ਸਨ। ਸਿਰ ਉੱਤੇ ਜਿਹੜਾ ਪਾਪਾ ਦਾ ਬੋਝ ਸਨ, ਉਸ ਨੂੰ ਯੋਗ ਬਲ ਨਾਲ ਉਤਾਰਨਾ ਹਨ। ਅਤਿੰਦਰੀਏ ਸੁਖ ਵਿੱਚ ਰਹਿਣਾ ਹਨ। ਮੁਖ ਤੋਂ ਸਿਰਫ ਸ਼ਿਵ ਸ਼ਿਵ ਨਹੀਂ ਕਰਨਾ, ਬਾਪ ਦੇ ਨਾਲ ਸੱਚਾ ਲਵ ਰੱਖਣਾ ਹੈ। ਕੰਡਿਆਂ ਤੋਂ ਫੁੱਲ ਬਣਨ ਦੀ ਸੇਵਾ ਵਿੱਚ ਤਤਪਰ ਰਹਿਣਾ ਹੈ। ਅੱਜ ਦਾ ਵਰਦਾਨ ਹੈਗਾ, ਨਿਸ਼ਚਿੰਤ ਸਥਿਤੀ ਦੁਆਰਾ ਯਥਾਰਥ ਜਜਮੈਂਟ ਦੇਣ ਵਾਲੇ ਨਿਸ਼ਚੈ ਬੁੱਧੀ ਵਿਜਈ ਰਤਨ ਭਵ। ਸਦਾ ਵਿਜਈ ਬਣਨ ਦਾ ਸਾਧਨ ਸਨ ਇੱਕ ਬਲ, ਇੱਕ ਭਰੋਸਾ। ਇੱਕ ਉੱਤੇ ਭਰੋਸਾ ਹਨ ਤਾਂ ਬਲ ਵੀ ਮਿਲਦਾ ਸਨ। ਨਿਸ਼ਚੈ ਸਦਾ ਨਿਸ਼ਚਿੰਤ ਬਣਾਉਂਦਾ ਹਨ ਅਤੇ ਜਿਸ ਦੀ ਸਥਿਤੀ ਨਿਸ਼ਚਿੰਤ ਸਨ ਉਹ ਹਰ ਕਾਰ ਵਿੱਚ ਸਫਲ ਹੁੰਦੇ ਸਨ, ਕਿਉਂਕਿ ਨਿਸ਼ਚਿੰਤ ਰਹਿਣ ਨਾਲ ਹੀ ਬੁੱਧੀ ਜਜਮੈਂਟ ਯਥਾਰਥ ਕਰਦੀ ਸਨ। ਤਾਂ ਯਥਾਰਥ ਨਿਰਣੈ ਦਾ ਆਧਾਰ ਹਨ ਨਿਸ਼ਚੈ ਬੁੱਧੀ ਨਿਸ਼ਚਿੰਤ। ਸੋਚਣ ਦੀ ਵੀ ਆਵਸ਼ਕਤਾ ਨਹੀਂ ਹੁੰਦੀ, ਕਿਉਂਕਿ ਫਾਲੋ ਫਾਦਰ ਕਰਨਾ ਹੁੰਦਾ ਸਨ। ਕਦਮ ਤੇ ਕਦਮ ਰੱਖਣਾ ਸਨ। ਜਿਹੜੀ ਸ਼੍ਰੀਮਤ ਮਿਲਦੀ ਸਨ ਉਸੀ ਪ੍ਰਮਾਣ ਚੱਲਣਾ ਸਨ। ਸਿਰਫ ਸ਼੍ਰੀਮਤ ਤੇ ਕਦਮ ਰੱਖਦੇ ਹੋਇਆਂ ਚੱਲਦੇ ਰਹੋ ਤਾਂ ਵਿਜਈ ਰਤਨ ਬਣ ਜਾਗੇ। ਅੱਜ ਦਾ ਸਲੋਗਨ ਹੈਗਾ, ਮਨ ਵਿੱਚ ਸਰਵ ਦੇ ਪ੍ਰਤੀ ਕਲਿਆਣ ਦੀ ਭਾਵਨਾ ਰੱਖਣਾ ਹੀ ਵਿਸ਼ਵ ਕਲਿਆਣਕਾਰੀ ਬਣਨਾ ਸਨ। ਮਨ ਦੇ ਵਿੱਚ ਸਰਵ ਦੇ ਪ੍ਰਤੀ ਕਲਿਆਣ ਦੀ ਭਾਵਨਾ ਰੱਖਣਾ ਹੀ ਵਿਸ਼ਵ ਕਲਿਆਣਕਾਰੀ ਬਣਨਾ ਸਨ। ਓਮ ਸ਼ਾਂਤੀ।